हाँ जी फ्रेंड्स, वेलकम टू जीके हब चैनल। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਆਪਣੀ ਸੀਰੀਜ਼ ਕੰਟੀਨਿਊ ਕਰਾਂਗੇ ਜੋ ਕਿ ਜੀਐਸਟੀ ਐਮਸੀਕਿਊਜ਼ ਦੀ ਹੈ ਐਕਸਾਈਜ਼ ਇੰਸਪੈਕਟਰ ਲਈ। ਅੱਜ ਦਾ ਆਪਣਾ ਇਹ ਪਾਰਟ 2 ਥੋੜਾ ਜਿਹਾ ਕੰਪਲੈਕਸ ਹੋਏਗਾ ਪਿਛਲੀ ਵੀਡੀਓ ਨਾਲੋਂ। ਪਾਰਟ 1 ਜੋ ਆਪਾਂ ਬੇਸਿਕਸ ਦਾ ਬਣਾਇਆ ਸੀ, ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਮੈਂ ਉਹਦਾ ਲਿੰਕ ਉੱਪਰ ਕਾਰਡਸ ਦੇ ਵਿੱਚ ਅਟੈਚ ਕਰ ਦੂੰਗਾ। ਪਹਿਲਾਂ ਉਹਨੂੰ ਦੇਖ ਲਓ। ਉਹਨੂੰ ਦੇਖਣ ਦਾ ਪਰਪਸ ਇਹ ਹੈ ਕਿ ਆਪਾਂ ਨੂੰ ਬੇਸਿਕਸ ਕਲੀਅਰ ਹੋਣੇ ਚਾਹੀਦੇ ਆ। ਜੋ ਬੇਸਿਕ ਈਜ਼ੀ ਕੁਐਸਚਨਸ ਆ ਸਕਦੇ ਆ ਐਗਜ਼ਾਮ 'ਚ, ਆਪਾਂ ਉਹਦੀ ਗਲਤੀ ਨਾ ਕਰੀਏ। ਤਾਂ ਪਹਿਲਾਂ ਉਹਨੂੰ ਦੇਖ ਲਓ, ਬਾਅਦ ਵਿੱਚ ਇਸ ਵੀਡੀਓ ਨੂੰ ਕੰਟੀਨਿਊ ਆਪਾਂ ਕਰ ਸਕਦੇ ਆ। ਤੇ ਇਸ ਵੀਡੀਓ ਦੇ ਵਿੱਚ ਜੋ ਆਪਣੇ ਟੌਪਿਕਸ ਆ ਉਹ ਥੋੜੇ ਜਿਹੇ ਕੰਪਲੈਕਸ ਆ ਜਾਣਗੇ, ਇਸ ਲਈ ਸਿੱਧਾ ਹੀ ਐਮਸੀਕਿਊਜ਼ ਹੀ ਸ਼ੁਰੂ ਕਰਾਂਗੇ। ਪਹਿਲਾਂ ਮੈਂ ਅੱਜ ਦੇ ਟੌਪਿਕਸ ਨੂੰ ਬਰੀਫ ਵਿੱਚ ਐਕਸਪਲੇਨ ਕਰ ਦੂੰਗਾ 2-3 ਸਲਾਈਡਸ ਤੇ, ਤਾਂ ਕਿ ਆਪਣੇ ਐਮਸੀਕਿਊਜ਼ ਈਜ਼ੀਲੀ ਕਵਰ ਹੋ ਜਾਣ। ਐਮਸੀਕਿਊਜ਼ ਘੱਟ ਹੀ ਹੈ, 6 ਐਮਸੀਕਿਊਜ਼ ਹਨ, ਬਟ ਉਹ ਇੰਪੋਰਟੈਂਟ ਐਮਸੀਕਿਊਜ਼ ਹੈ ਆਪਣੇ ਇਸ ਟੌਪਿਕ ਨਾਲ ਰਿਲੇਟਡ। ਤੇ ਟੌਪਿਕ ਅੱਜ ਦਾ ਜੋ ਹੈਗਾ ਉਹ ਹੈਗਾ ਸਪਲਾਈ। ਇਸ ਵੀਡੀਓ ਦੇ ਵਿੱਚ ਆਪਾਂ ਦੋ ਚੀਜ਼ਾਂ ਡਿਸਕਸ ਕਰਾਂਗੇ ਮੇਨਲੀ। ਇੱਕ ਕਰਾਂਗੇ ਆਪਾਂ ਸਪਲਾਈ ਨੂੰ ਐਂਡ ਇੱਕ ਕਰਾਂਗੇ ਆਪਾਂ ਗੁੱਡਸ ਨੂੰ, ਐਂਡ ਗੁੱਡਸ ਦੇ ਨਾਲ ਆਪਾਂ ਸਰਵਿਸਿਜ਼ ਵੀ ਕਰਾਂਗੇ, ਬਟ ਇੰਪੋਰਟੈਂਟ ਜ਼ਿਆਦਾ ਆਪਣੇ ਲਈ ਗੁੱਡਸ ਹੈ। ਸੋ ਇਹ ਦੋ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਇਸ ਦੇ ਨਾਲ ਹੀ ਮੈਂ ਟਾਈਮ ਸਟੈਂਪਸ ਲਗਾ ਦੂੰਗਾ। ਜੇ ਤਾਂ ਤੁਸੀਂ ਐਮਸੀਕਿਊਜ਼ ਤੋਂ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਐਮਸੀਕਿਊ ਤੋਂ ਸਟਾਰਟ ਕਰ ਸਕਦੇ ਹੋ। ਜੇ ਤੁਹਾਨੂੰ ਉਹ ਵੀ ਕਲੀਅਰ ਹੈ ਤਾਂ ਤੁਸੀਂ ਸਿੱਧਾ ਹੀ ਰੀਕੈਪ ਤੇ ਜਾ ਕੇ ਰਿਵੀਜ਼ਨ ਵੀ ਕਰ ਸਕਦੇ ਹੋ, ਉਹਦਾ ਵੀ ਟਾਈਮ ਸਟੈਂਪ ਮੈਂ ਲਗਾ ਦੂੰਗਾ। ਸੋ ਵੀਡੀਓ ਸਟਾਰਟ ਕਰਦੇ ਹਾਂ। ਸੋ ਅੱਜ ਜੋ ਆਪਣਾ ਮੇਨ ਟੌਪਿਕ ਹੈ ਡਿਸਕਸ ਕਰਨ ਦਾ ਉਹ ਹੈਗਾ ਸਪਲਾਈ ਤੇ ਗੁੱਡਸ ਐਂਡ ਸਰਵਿਸਿਜ਼। ਸਪਲਾਈ ਤੇ ਗੁੱਡਸ ਨੂੰ ਪੜ੍ਹਨ ਦਾ ਪਰਪਸ ਕੀ ਹੈ ਕਿ ਆਪਣੇ ਕੋਲ ਜੋ ਜੀਐਸਟੀ ਦਾ ਮੋਸਟ ਇੰਪੋਰਟੈਂਟ ਗੱਲ ਆਉਂਦੀ ਹੈ ਉਹ ਆਉਂਦੀ ਹੈ ਕਿ ਜੀਐਸਟੀ ਇਜ਼ ਲੈਵਿਡ ਔਨ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼। ਮਤਲਬ ਜੋ ਜੀਐਸਟੀ ਹੈ ਉਹ ਸਪਲਾਈ ਤੇ ਲਗਾਇਆ ਜਾਂਦਾ ਹੈ, ਕਿਸ ਦੀ? ਗੁੱਡਸ ਐਂਡ ਸਰਵਿਸਿਜ਼ ਦੀ। ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਪਲਾਈ ਕੀ ਹੈ, ਗੁੱਡਸ ਕੀ ਹੈ, ਸਰਵਿਸਿਜ਼ ਕੀ ਹੈ, ਤਾਂ ਹੀ ਆਪਾਂ ਡਿਸਾਈਡ ਕਰ ਸਕਾਂਗੇ ਕਿ ਜੀਐਸਟੀ ਲੱਗੇਗਾ ਜਾਂ ਨਹੀਂ ਲੱਗੇਗਾ। ਤਾਂ ਆਪਾਂ ਹੁਣ ਸ਼ੁਰੂ ਕਰਦੇ ਹਾਂ ਸਪਲਾਈ ਤੋਂ। ਤਾਂ ਸਪਲਾਈ ਕੀ ਹੈ? ਸਪਲਾਈ ਹੈਗੀ ਹੈ ਟੈਕਸੇਬਲ ਇਵੈਂਟ ਇਨ ਜੀਐਸਟੀ। ਟੈਕਸੇਬਲ ਇਵੈਂਟ ਹੋਣ ਦਾ ਕੀ ਮਤਲਬ ਹੈ? ਟੈਕਸੇਬਲ ਇਵੈਂਟ ਉਹ ਹੁੰਦੀ ਹੈ ਜਿਸ ਪੁਆਇੰਟ ਤੇ ਟੈਕਸ ਲਗਾਇਆ ਜਾਂਦਾ ਹੈ। ਤਾਂ ਜੀਐਸਟੀ ਆਪਣਾ ਉਦੋਂ ਲੈਵੀ ਹੋਏਗਾ ਜਦੋਂ ਕੋਈ ਸਪਲਾਈ ਹੋਏਗੀ। ਤਾਂ ਜਦੋਂ ਤੱਕ ਆਪਾਂ ਕਿਸੇ ਵੀ ਟ੍ਰਾਂਜੈਕਸ਼ਨ ਨੂੰ, ਇਵੈਂਟ ਨੂੰ ਸਪਲਾਈ ਨਹੀਂ ਕਹਿ ਸਕਦੇ ਤਾਂ ਉਦੋਂ ਤੱਕ ਉਹ 'ਤੇ ਜੀਐਸਟੀ ਨਹੀਂ ਲੱਗਣਾ। ਤਾਂ ਮੇਨ ਗੱਲ ਆਪਾਂ ਯਾਦ ਰੱਖਣੀ ਹੈ ਕਿ ਟੈਕਸੇਬਲ ਇਵੈਂਟ ਜੀਐਸਟੀ ਦੇ ਵਿੱਚ ਕੀ ਹੈ? ਸਪਲਾਈ ਹੈ। ਸੋ ਸਪਲਾਈ ਨਾ ਹੁੰਦੀ ਕੀ ਹੈ, ਆਪਾਂ ਡਿਸਾਈਡ ਕਿਵੇਂ ਕਰਾਂਗੇ ਕਿ ਉਹ ਸਪਲਾਈ ਹੈ? ਤਾਂ ਉਹਦੇ ਮੇਨ ਕੁਝ ਆਪਣੇ ਫੀਚਰਸ ਹੈ। ਜਦੋਂ ਤੱਕ ਇਹ ਫੀਚਰਸ ਪ੍ਰੈਜ਼ੈਂਟ ਨਹੀਂ ਹੈਗੇ ਤਾਂ ਆਪਾਂ ਉਹਨੂੰ ਸਪਲਾਈ ਨਹੀਂ ਕਹਿ ਸਕਦੇ। ਕੁਝ ਸਰਟਨ ਐਕਸੈਪਸ਼ਨਸ ਆ, ਉਹ ਵੀ ਆਪਾਂ ਅੱਗੇ ਦੇਖਾਂਗੇ। ਬਟ ਬੇਸਿਕਲੀ ਗੱਲ ਕਰੀਏ ਤਾਂ ਆਪਣੇ ਜੋ ਇਹ ਤਿੰਨ ਆਪਣੇ ਕੋਲ ਫੀਚਰਸ ਹੈ, ਇਹ ਤਿੰਨੋਂ ਫੁੱਲਫਿਲ ਹੋਣੇ ਚਾਹੀਦੇ ਹੈ ਤਾਂ ਹੀ ਉਹ ਸਪਲਾਈ ਬਣੇਗੀ। ਤਾਂ ਪਹਿਲਾ ਫੀਚਰ ਕੀ ਹੈ ਕਿ ਇਟ ਮਸਟ ਬੀ ਆਫ ਗੁੱਡਸ ਐਂਡ ਸਰਵਿਸਿਜ਼। ਨਾਓ ਇਹਦਾ ਮਤਲਬ ਕੀ ਹੈ ਕਿ ਜੋ ਸਪਲਾਈ ਹੈ ਉਹ ਜਾਂ ਤਾਂ ਗੁੱਡਸ ਦੀ ਹੋਏ ਜਾਂ ਸਰਵਿਸਿਜ਼ ਦੀ ਹੋਏ। ਜੇ ਇਹਨਾਂ ਤੋਂ ਇਲਾਵਾ ਕਿਸੇ ਹੋਰ ਚੀਜ਼ ਦੀ ਸਪਲਾਈ ਹੈ ਤਾਂ ਉਹਨੂੰ ਆਪਾਂ ਸਪਲਾਈ ਨਹੀਂ ਮੰਨਾਂਗੇ। ਨੈਕਸਟ ਹੈ ਆਪਣੇ ਕੋਲ ਇਟ ਮਸਟ ਬੀ ਫॉर ਏ ਕੰਸੀਡਰੇਸ਼ਨ। ਨਾਓ ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਜਾਂਦਾ ਹੈ। ਕੰਸੀਡਰੇਸ਼ਨ ਦਾ ਮਤਲਬ ਕੀ ਹੁੰਦਾ ਹੈ? ਸਮਥਿੰਗ ਇਨ ਰਿਟਰਨ। ਸਮਥਿੰਗ ਇਨ ਰਿਟਰਨ ਦਾ ਭਾਵ ਕੀ ਹੋ ਗਿਆ ਹੁਣ ਕਿ ਮੈਂ ਕਿਸੇ ਨੂੰ ਕੋਈ ਚੀਜ਼ ਸਪਲਾਈ ਕੀਤੀ ਤੇ ਉਹਨੇ ਉਹਦੇ ਇਨ ਰਿਟਰਨ ਮੈਨੂੰ ਕੁਝ ਦਿੱਤਾ। ਲਾਈਕ ਸਪੋਜ਼ ਮੈਂ ਕਿਸੇ ਨੂੰ ਲੈਪਟਾਪ ਸੇਲ ਕਰ ਰਿਹਾ, ਸਪਲਾਈ ਕਰ ਰਿਹਾ, ਐਂਡ ਉਹ ਮੈਨੂੰ ਉਹਦੇ ਵੰਡੇ ਪੈਸੇ ਦੇ ਰਿਹਾ ਇਨ ਫਾਰਮ ਆਫ ਚੈੱਕ ਲਗਾ ਲਓ, ਡਰਾਫਟ ਲਗਾ ਲਓ, ਜਿਵੇਂ ਮਰਜ਼ੀ। ਤਾਂ ਉਹ ਆਪਣੀ ਕੰਸੀਡਰੇਸ਼ਨ ਹੋ ਗਈ। ਤਾਂ ਇਸ ਟ੍ਰਾਂਜੈਕਸ਼ਨ ਦੇ ਵਿੱਚ ਸਭ ਤੋਂ ਪਹਿਲੀ ਕੰਡੀਸ਼ਨ ਕੀ ਹੈ ਕਿ ਆਪਣੇ ਕੋਲ ਗੁੱਡਸ ਐਂਡ ਸਰਵਿਸਿਜ਼ ਦੀ ਹੋਣੀ ਚਾਹੀਦੀ ਹੈ। ਤਾਂ ਲੈਪਟਾਪ ਆਪਣੇ ਕੋਲ ਗੁੱਡਸ ਆ ਗਿਆ। ਦੈਨ ਸੈਕਿੰਡ ਆਪਣੀ ਕੀ ਹੈ ਕਿ ਸਪਲਾਈ ਫॉर ਕੰਸੀਡਰੇਸ਼ਨ ਹੋਣੀ ਚਾਹੀਦੀ ਹੈ। ਤਾਂ ਜਦੋਂ ਉਹ ਮੈਨੂੰ ਪੇਮੈਂਟ ਕਰ ਰਿਹਾ ਤਾਂ ਉਹ ਕੰਸੀਡਰੇਸ਼ਨ ਹੋ ਜਾਂਦੀ ਹੈ ਤੇ ਆਪਣੀ ਸਪਲਾਈ ਦੀ ਕੰਡੀਸ਼ਨ ਵੀ ਫੁੱਲਫਿਲ ਹੋ ਜਾਂਦੀ ਹੈ ਕਿਉਂਕਿ ਆਪਣੇ ਕੋਲ ਕੰਸੀਡਰੇਸ਼ਨ ਵੀ ਹੈਗੀ ਹੈ। ਤਾਂ ਇਹ ਤਾਂ ਹੋ ਗਈ ਆਪਣੀ ਸੈਕਿੰਡ ਕਿ ਕੰਸੀਡਰੇਸ਼ਨ ਹੋਣਾ ਜ਼ਰੂਰੀ ਹੈ। ਥਰਡ ਆਪਣੀ ਕੰਡੀਸ਼ਨ ਹੈਗੀ ਹੈ ਜੋ ਉਹ ਹੈ ਕਿ ਇਟ ਮਸਟ ਬੀ ਫॉर ਫਰਦਰੈਂਸ ਆਫ ਬਿਜ਼ਨਸ। ਫਰਦਰੈਂਸ ਆਫ ਬਿਜ਼ਨਸ ਦਾ ਮਤਲਬ ਕੀ ਹੈ ਕਿ ਮੈਂ ਜੋ ਟ੍ਰਾਂਜੈਕਸ਼ਨ ਕਰ ਰਿਹਾ, ਜੋ ਵੀ ਚੀਜ਼ ਦੀ ਮੈਂ ਸਪਲਾਈ ਕਰ ਰਿਹਾ, ਉਹ ਮੇਰੇ ਬਿਜ਼ਨਸ ਦਾ ਪਾਰਟ ਹੋਣੀ ਚਾਹੀਦੀ ਹੈ। ਉਹ ਮੇਰੇ ਬਿਜ਼ਨਸ ਲਈ ਮੈਂ ਸੇਲ ਕਰ ਰਿਹਾ। ਐਗਜ਼ਾਮਪਲ ਦੇ ਵਜੋਂ ਸਪੋਜ਼ ਜਿਵੇਂ ਆਪਾਂ ਲੈਪਟਾਪ ਦੀ ਐਗਜ਼ਾਮਪਲ ਲਈ ਹੈ, ਤਾਂ ਜੇ ਸਪੋਜ਼ ਉਹ ਲੈਪਟਾਪ ਮੈਂ ਆਪਣੇ ਫਰੈਂਡ ਨੂੰ ਸੈਲ ਕਰ ਰਿਹਾ ਅਤੇ ਮੈਂ ਉਹਨੂੰ ਪਰਸਨਲੀ ਯੂਜ਼ ਕਰ ਰਿਹਾ ਸੀ ਲੈਪਟਾਪ ਨੂੰ, ਤਾਂ ਕਿਉਂਕਿ ਉਹ ਜੋ ਮੇਰੀ ਸਪਲਾਈ ਹੈ ਉਹ ਬਿਜ਼ਨਸ ਲਈ ਨਹੀਂ ਹੈ ਤਾਂ ਉਹਨੂੰ ਆਪਾਂ ਸਪਲਾਈ ਨਹੀਂ ਮੰਨ ਸਕਦੇ। ਤਾਂ ਮੇਰੀ ਇੱਥੇ ਥਰਡ ਕੰਡੀਸ਼ਨ ਫੁੱਲਫਿਲ ਨਾ ਹੋਣ ਕਰਕੇ, ਉੱਪਰਲੀ ਦੋ ਫੁੱਲਫਿਲ ਹੋ ਗਈਆਂ ਬਟ ਥਰਡ ਕੰਡੀਸ਼ਨ ਨਾ ਫੁੱਲਫਿਲ ਹੋਣ ਕਰਕੇ ਉਹਨੂੰ ਆਪਾਂ ਸਪਲਾਈ ਨਹੀਂ ਮੰਨ ਸਕਦੇ। ਓਕੇ, ਸੋ ਦੁਬਾਰਾ ਤੋਂ ਇੱਕ ਵਾਰ ਆਪਾਂ ਰੀਕੈਪ ਕਰ ਲੈਂਦੇ ਹਾਂ ਕਿ ਸਪਲਾਈ ਦੇ ਮੇਨ ਫੀਚਰਸ ਕੀ ਹੈ ਕਿ ਇੱਕ ਤਾਂ ਉਹ ਗੁੱਡਸ ਐਂਡ ਸਰਵਿਸਿਜ਼ ਲਈ ਹੋਣੀ ਚਾਹੀਦੀ ਹੈ, ਇੱਕ ਉਹਦੇ ਵਿੱਚ ਕੋਈ ਕੰਸੀਡਰੇਸ਼ਨ ਹੋਣੀ ਚਾਹੀਦੀ ਹੈ, ਮਤਲਬ ਮੈਨੂੰ ਕੁਝ ਇਨ ਰਿਟਰਨ ਮਿਲਣਾ ਚਾਹੀਦਾ ਹੈ, ਐਂਡ ਥਰਡ ਹੈ ਕਿ ਉਹ ਫॉर ਫਰਦਰੈਂਸ ਆਫ ਬਿਜ਼ਨਸ ਹੋਣੀ ਚਾਹੀਦੀ ਹੈ। ਓਕੇ, ਨਾਓ ਫॉर ਕੰਸੀਡਰੇਸ਼ਨ ਤੇ ਫॉर ਫਰਦਰੈਂਸ ਆਫ ਬਿਜ਼ਨਸ ਦੀ ਐਕਸੈਪਸ਼ਨਸ ਹੈਗੀਆਂ, ਉਹ ਆਪਾਂ ਹੁਣ ਅੱਗੇ ਦੇਖਦੇ ਹਾਂ ਕਿ ਕੀ ਹੈ। ਸੋ ਕੰਸੀਡਰੇਸ਼ਨ ਵਾਲੇ ਫੀਚਰ ਦੀ ਐਕਸੈਪਸ਼ਨਸ ਕੀ ਹੈ?
ਕੰਸੀਡਰੇਸ਼ਨ ਫੀਚਰ ਕੀ ਕਹਿੰਦਾ ਸੀ ਕਿ ਕੋਈ ਵੀ ਸਪਲਾਈ ਤਾਂ ਬਣੇਗੀ ਜੇ ਉਹਦੇ ਵਿੱਚ ਕੋਈ ਕੰਸੀਡਰੇਸ਼ਨ ਹੈ, ਬਟ ਉਹਦੀ 4 ਆਪਣੇ ਕੋਲ ਐਕਸੈਪਸ਼ਨਸ ਹੈ। ਪਹਿਲੀ ਐਕਸੈਪਸ਼ਨ ਕੀ ਹੈ ਕਿ ਪਰਮਾਨੈਂਟ ਡਿਸਪੋਜ਼ਲ ਆਫ ਬਿਜ਼ਨਸ ਐਸੈਟਸ, ਮਤਲਬ ਕੋਈ ਵੀ ਬਿਜ਼ਨਸਮੈਨ ਆਪਣੀ ਐਸੈਟਸ ਨੂੰ, ਬਿਜ਼ਨਸ ਦੀ ਐਸੈਟਸ ਨੂੰ ਪਰਮਾਨੈਂਟਲੀ ਸੇਲ ਕਰ ਰਿਹਾ, ਪਰਮਾਨੈਂਟਲੀ ਟ੍ਰਾਂਸਫਰ ਕਰ ਰਿਹਾ ਜਾਂ ਡਿਸਪੋਜ਼ ਆਫ ਕਰ ਰਿਹਾ, ਤਾਂ ਉਹਦੇ ਵਿੱਚ ਜੇ ਕੰਸੀਡਰੇਸ਼ਨ ਨਹੀਂ ਵੀ ਹੈ, ਮਤਲਬ ਉਹਨੂੰ ਉਹਦੇ ਵੰਡੇ ਕੁਝ ਨਹੀਂ ਵੀ ਮਿਲ ਰਿਹਾ, ਤਾਂ ਵੀ ਉਹਨੂੰ ਆਪਾਂ ਸਪਲਾਈ ਮੰਨਾਂਗੇ, ਪ੍ਰੋਵਾਈਡਿਡ ਉਹਨੇ ITC ਅਵੇਲ ਕਰ ਲਿਆ ਹੋਏ। ITC ਹੁੰਦਾ ਆਪਣਾ ਇਨਪੁਟ ਟੈਕਸ ਕ੍ਰੈਡਿਟ। ਨਾਓ ਇਹਨੂੰ ਤੁਸੀਂ ਹਲੇ ਇਗਨੋਰ ਕਰ ਸਕਦੇ ਹੋ, ਥੋੜਾ ਜਿਹਾ ਡਿਟੇਲ ਦੇ ਵਿੱਚ ਆਪਾਂ ਅਗਲੀ 1-2 ਵੀਡੀਓਜ਼ ਦੇ ਵਿੱਚ ਆਪਾਂ ਸਮਝਾਂਗੇ ਕਿ ITC ਹੁੰਦਾ ਕੀ ਹੈ, ਬਟ ਜਸਟ ਤੁਸੀਂ ਇੱਥੇ ਯਾਦ ਰੱਖ ਲਓ ਕਿ ਜਦੋਂ ਵੀ ਕੋਈ ਬਿਜ਼ਨਸਮੈਨ ਆਪਣੀ ਬਿਜ਼ਨਸ ਐਸੈਟਸ ਨੂੰ ਪਰਮਾਨੈਂਟਲੀ ਡਿਸਪੋਜ਼ ਆਫ ਕਰਦਾ ਹੈ ਤਾਂ ਉੱਥੇ ਕੰਸੀਡਰੇਸ਼ਨ ਦੀ ਲੋੜ ਨਹੀਂ ਹੈ ਉਹਨੂੰ ਸਪਲਾਈ ਡਿਕਲੇਅਰ ਕਰਨ ਲਈ। ਨੈਕਸਟ ਹੈ ਕੋਈ ਵੀ ਸਪਲਾਈ ਬਿਟਵੀਨ ਰਿਲੇਟਿਡ ਔਰ ਡਿਸਟਿੰਕਟ ਪਰਸਨ ਫॉर ਬਿਜ਼ਨਸ ਯੂਜ਼। ਨਾਓ ਰਿਲੇਟਿਡ ਦਾ ਮਤਲਬ ਕੀ ਹੋ ਗਿਆ, ਡੈਫੀਨੇਸ਼ਨ ਹੈਗੀ ਹੈ ਇਹਦੀ ਐਕਟ ਦੇ ਵਿੱਚ, ਬਟ ਆਪਾਂ ਇੱਥੇ ਬੇਸਿਕਸ ਜਿਹਾ ਸਮਝ ਸਕਦੇ ਹਾਂ ਕਿ ਕੋਈ ਵੀ ਪਰਸਨ ਜਦੋਂ ਦੂਜੇ ਪਰਸਨ ਨੂੰ ਇਨਫਲੂਐਂਸ ਕਰ ਸਕਦਾ ਤਾਂ ਉੱਥੇ ਆਪਾਂ ਰਿਲੇਟਿਡ ਕਹਿ ਸਕਦੇ ਹਾਂ ਉਹਨੂੰ। ਸੋ ਜੇ ਰਿਲੇਟਿਡ ਪਰਸਨਸ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਹੋ ਰਹੀ ਹੈ, ਸਪਲਾਈ ਹੋ ਰਹੀ ਹੈ, ਤਾਂ ਉਹਦੇ ਲਈ ਆਪਾਂ ਨੂੰ ਕੰਸੀਡਰੇਸ਼ਨ ਦੀ ਲੋੜ ਨਹੀਂ ਹੈ। ਦੈਨ ਡਿਸਟਿੰਕਟ ਪਰਸਨ ਕੀ ਹੋਏ, ਡਿਸਟਿੰਕਟ ਪਰਸਨ ਦੀ ਐਗਜ਼ਾਮਪਲ ਲੈ ਕੇ ਦੱਸ ਦਿੰਦਾ ਮੈਂ। ਡਿਸਟਿੰਕਟ ਪਰਸਨ ਸਪੋਜ਼ ਮੇਰੇ ਪੰਜਾਬ ਦੇ ਵਿੱਚ 3 ਜਗ੍ਹਾ ਤੇ ਅਲੱਗ-ਅਲੱਗ ਐਸਟੈਬਲਿਸ਼ਮੈਂਟਸ ਹਨ, ਤਾਂ ਜੋ ਤਿੰਨੋਂ ਐਸਟੈਬਲਿਸ਼ਮੈਂਟਸ ਹੈ ਉਹ ਇੱਕ ਦੂਜੇ ਲਈ ਡਿਸਟਿੰਕਟ ਪਰਸਨ ਹੋਵੇ। ਦੈਨ ਉਹਨਾਂ ਤਿੰਨਾਂ ਦੇ ਵਿੱਚ ਜੇ ਕੋਈ ਵੀ ਸਪਲਾਈ ਹੋਏਗੀ, ਚਾਹੇ ਉਹ ਵਿਦਆਊਟ ਕੰਸੀਡਰੇਸ਼ਨ ਹੋਏ, ਉਹਨੂੰ ਆਪਾਂ ਫੇਰ ਵੀ ਸਪਲਾਈ ਮੰਨਾਂਗੇ। ਓਕੇ, ਦੈਨ ਜੇ ਪ੍ਰਿੰਸੀਪਲ ਐਂਡ ਏਜੰਟ ਦੇ ਵਿੱਚ ਗੁਡਸ ਦੀ ਸਪਲਾਈ ਹੁੰਦੀ ਹੈ, ਦੈਟ ਮੀਨਸ ਕਿ ਏਜੰਟ ਆਪਣੇ ਪ੍ਰਿੰਸੀਪਲ ਨੂੰ, ਜੋ ਉਹਦਾ ਹੈਡ ਹੈ, ਉਹਨੂੰ ਗੁਡਸ ਭੇਜ ਰਿਹਾ, ਸਪਲਾਈ ਕਰ ਰਿਹਾ, ਜਾਂ ਫਿਰ ਪ੍ਰਿੰਸੀਪਲ ਏਜੰਟ ਨੂੰ ਸਪਲਾਈ ਕਰ ਰਿਹਾ ਗੁਡਸ ਵਿਦਆਊਟ ਕੰਸੀਡਰੇਸ਼ਨ, ਤਾਂ ਵੀ ਉਹਨੂੰ ਆਪਾਂ ਸਪਲਾਈ ਮੰਨਾਂਗੇ। ਦੈਨ ਫੋਰਥ ਆਪਣੇ ਕੋਲ ਐਕਸੈਪਸ਼ਨ ਆ ਜਾਂਦੀ ਹੈ, ਉਹ ਹੈ ਇੰਪੋਰਟ ਆਫ ਸਰਵਿਸਿਜ਼ ਫਰੋਮ ਰਿਲੇਟਿਡ ਪਰਸਨ ਫॉर ਬਿਜ਼ਨਸ ਯੂਜ਼। ਮਤਲਬ ਮੈਂ ਆਊਟ ਆਫ ਇੰਡੀਆ ਕੋਈ ਸਰਵਿਸ ਇੰਪੋਰਟ ਕਰ ਰਿਹਾ, ਕਿਸ ਤੋਂ ਕਰ ਰਿਹਾ, ਕਿਸੇ ਰਿਲੇਟਿਡ ਪਰਸਨ ਤੋਂ, ਐਂਡ ਕਿਸ ਲਈ ਕਰ ਰਿਹਾ, ਫॉर ਬਿਜ਼ਨਸ ਯੂਜ਼ ਲਈ ਕਰ ਰਿਹਾ, ਤਾਂ ਜੇ ਉੱਥੇ ਕੰਸੀਡਰੇਸ਼ਨ ਨਹੀਂ ਵੀ ਇਨਵੋਲਵ ਹੋ ਰਹੀ ਤਾਂ ਵੀ ਉਹਨੂੰ ਆਪਾਂ ਸਪਲਾਈ ਮੰਨਾਂਗੇ। ਸੋ ਆਪਣੇ ਕੋਲ 4 ਕੰਸੀਡਰੇਸ਼ਨ ਦੇ ਫੀਚਰ ਦੀ ਐਕਸੈਪਸ਼ਨਸ ਆ ਗਈਆਂ ਕਿ ਪਰਮਾਨੈਂਟ ਡਿਸਪੋਜ਼ਲ ਆਫ ਬਿਜ਼ਨਸ ਐਸੈਟਸ, ਕੋਈ ਰਿਲੇਟਿਡ ਜਾਂ ਡਿਸਟਿੰਕਟ ਪਰਸਨ ਦੇ ਵਿੱਚ ਸਪਲਾਈ ਹੋ ਰਹੀ ਹੈ, ਕੋਈ ਪ੍ਰਿੰਸੀਪਲ ਜਾਂ ਏਜੰਟ ਦੇ ਵਿੱਚ ਸਪਲਾਈ ਹੋ ਰਹੀ ਹੈ, ਦੈਨ ਲਾਸਟ ਆਪਣੇ ਕੋਲ ਆਪਾਂ ਸਰਵਿਸਿਜ਼ ਇੰਪੋਰਟ ਕਰ ਰਹੇ ਹਾਂ ਰਿਲੇਟਿਡ ਪਰਸਨ ਤੋਂ ਬਿਜ਼ਨਸ ਯੂਜ਼ ਲਈ। ਇਹਨਾਂ 4 ਦੇ ਵਿੱਚ ਜੇ ਕੰਸੀਡਰੇਸ਼ਨ ਨਹੀਂ ਵੀ ਇਨਵੋਲਵ ਹੋ ਰਹੀ ਤਾਂ ਵੀ ਆਪਾਂ ਨੂੰ ਸਪਲਾਈ ਮੰਨਣਾ ਹੈ। ਇਹ 4 ਐਕਸੈਪਸ਼ਨਸ ਹਨ। ਦੈਨ ਆਪਣੀ ਜੋ ਥਰਡ ਕੰਡੀਸ਼ਨ ਸੀ ਸਪਲਾਈ ਦੀ ਕਿ ਉਹ ਫਰਦਰੈਂਸ ਆਫ ਬਿਜ਼ਨਸ ਲਈ ਹੋਣੀ ਚਾਹੀਦੀ ਹੈ, ਉਹਦੀ ਵੀ ਇੱਕ ਐਕਸੈਪਸ਼ਨ ਹੈ। ਉਹ ਐਕਸੈਪਸ਼ਨ ਕੀ ਹੈ ਕਿ ਜੇ ਆਪਾਂ ਸਰਵਿਸਿਜ਼ ਇੰਪੋਰਟ ਕਰ ਰਹੇ ਹਾਂ ਕੰਸੀਡਰੇਸ਼ਨ ਲਈ, ਤਾਂ ਉਹ ਚਾਹੇ ਪਰਸਨਲ ਲਈ ਹੈ ਚਾਹੇ ਫਰਦਰੈਂਸ ਆਫ ਬਿਜ਼ਨਸ ਲਈ ਹੈ, ਉਹ ਤਾਂ ਵੀ ਸਪਲਾਈ ਮੰਨੀ ਜਾਏਗੀ ਜੇ ਸਰਵਿਸਿਜ਼ ਇੰਪੋਰਟ ਹੋ ਰਹੀਆਂ ਕੰਸੀਡਰੇਸ਼ਨ ਲਈ। ਤਾਂ ਇਹ ਆਪਣੀ ਜਸਟ ਇੱਕ ਐਕਸੈਪਸ਼ਨ ਹੈ ਫਰਦਰੈਂਸ ਆਫ ਬਿਜ਼ਨਸ ਦੀ ਫੀਚਰ ਦੀ। ਸੋ ਇਹ ਦੋਨੋਂ ਜੋ ਆਪਣੀ ਐਕਸੈਪਸ਼ਨਸ ਹੈ ਇਹ ਯਾਦ ਰੱਖਣੀ ਇੰਪੋਰਟੈਂਟ ਹੈ, ਕਿਉਂਕਿ ਇਹਨਾਂ ਤੇ MCQs ਬਹੁਤ ਈਜ਼ੀਲੀ ਬਣ ਸਕਦੇ ਆ। ਕੋਈ ਵੀ ਇੱਕ ਐਕਸੈਪਸ਼ਨ ਨੂੰ ਚੱਕ ਕੇ ਕੁਐਸਚਨ ਬਣ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਸਪਲਾਈ ਹੈ। ਤਾਂ ਜੇ ਆਪਾਂ ਸਿਰਫ ਉੱਪਰੋਂ ਪੜਿਆ ਹੋਏਗਾ ਤਾਂ ਆਪਾਂ ਗਲਤੀ ਕਰ ਆਵਾਂਗੇ, ਕਿਉਂਕਿ ਆਪਾਂ ਕਹਾਂਗੇ ਕਿ ਕੰਸੀਡਰੇਸ਼ਨ ਜ਼ਰੂਰੀ ਹੈ, ਬਟ ਇਹ ਐਕਸੈਪਸ਼ਨਸ ਇਸੇ ਲਈ ਇੰਪੋਰਟੈਂਟ ਹੋ ਜਾਂਦੀਆਂ ਕਿ ਇਹਨਾਂ ਚੋਂ ਬਹੁਤ ਹੀ ਈਜ਼ੀਲੀ ਕੁਐਸਚਨ ਬਣ ਸਕਦਾ ਹੈ। ਓਕੇ, ਦੈਨ ਉਸ ਤੋਂ ਬਾਅਦ ਆਪਣੇ ਕੋਲ ਜੋ ਇੱਕ ਹੋਰ ਇੰਪੋਰਟੈਂਟ ਟੌਪਿਕ ਆ ਜਾਂਦਾ ਹੈ, ਉਹ ਆ ਜਾਂਦਾ ਹੈ ਕੰਪੋਜ਼ਿਟ ਔਰ ਮਿਕਸ ਸਪਲਾਈ। ਨਾਓ ਕੰਪੋਜ਼ਿਟ ਔਰ ਮਿਕਸ ਸਪਲਾਈ ਪੜ੍ਹਨ ਦਾ ਪਰਪਸ ਕੀ ਹੈ ਕਿ ਜਿਵੇਂ ਆਪਾਂ ਪਿੱਛੇ ਐਗਜ਼ਾਮਪਲ ਲਈ ਸੀ ਲੈਪਟਾਪ ਦੀ, ਸਪੋਜ਼ ਲੈਪਟਾਪ ਜਦੋਂ ਆਪਾਂ ਸਪਲਾਈ ਕਰਦੇ ਹਾਂ ਤੇ ਲੈਪਟਾਪ ਦਾ ਜੋ ਰੇਟ ਆਫ GST ਹੈ ਉਹ 18% ਹੈ, ਤਾਂ ਜਦੋਂ ਵੀ ਮੈਂ ਲੈਪਟਾਪ ਸਪਲਾਈ ਕਰੂੰਗਾ ਤਾਂ ਉਹ 'ਤੇ 18% GST ਰੇਟ ਲੱਗ ਜਾਏਗਾ। ਬਟ ਕਈ ਵਾਰ ਕੀ ਹੁੰਦਾ ਹੈ ਕਿ ਕੁਝ ਟ੍ਰਾਂਜੈਕਸ਼ਨਸ ਇਹੋ ਜਿਹੇ ਹੁੰਦੇ ਜਿਹਦੇ ਵਿੱਚ ਮਲਟੀਪਲ ਗੁੱਡਸ ਨੂੰ ਕਲੱਬ ਕਰਕੇ ਜਾਂ ਗੁੱਡਸ ਔਰ ਸਰਵਿਸਿਜ਼ ਨੂੰ ਕਲੱਬ ਕਰਕੇ ਸਪਲਾਈ ਕੀਤਾ ਜਾਂਦਾ ਹੈ, ਤਾਂ ਉੱਥੇ ਕਿਹੜਾ ਰੇਟ ਆਫ ਟੈਕਸ ਲੱਗੇਗਾ, ਤਾਂ ਉਹਦੇ ਲਈ ਆਪਾਂ ਨੂੰ ਕੰਪੋਜ਼ਿਟ ਜਾਂ ਮਿਕਸ ਸਪਲਾਈ ਪੜ੍ਹਨਾ ਬਹੁਤ ਜ਼ਰੂਰੀ ਹੋ ਜਾਂਦਾ। ਨਾਓ ਇਹਨਾਂ ਦੋਨਾਂ ਦੇ ਵਿੱਚ ਇੱਕ ਕਾਮਨ ਚੀਜ਼ ਕੀ ਹੈ ਕਿ 2 or more ਗੁੱਡਸ ਔਰ ਸਰਵਿਸਿਜ਼ ਔਰ ਬੋਥ ਆਰ ਸਪਲਾਈਡ ਟੂਗੈਦਰ। ਇਹ ਤਾਂ ਦੇਖੋ ਆਪਣਾ ਬੇਸਿਕ ਚੀਜ਼ ਹੈ ਦੋਨਾਂ ਦੀ ਕਿ ਕੰਪੋਜ਼ਿਟ ਸਪਲਾਈ ਵਿੱਚ ਤੇ ਮਿਕਸ ਸਪਲਾਈ ਵਿੱਚ, ਦੋਨਾਂ ਵਿੱਚ ਹੀ ਆਪਣਾ 2 ਜਾਂ 2 ਤੋਂ ਜ਼ਿਆਦਾ ਆਈਟਮਸ ਇਨਵੋਲਵ ਹੋ ਰਹੀਆਂ ਹੋਣਗੀਆਂ, ਚਾਹੇ ਉਹ ਗੁੱਡਸ ਹੋਣ, ਸਰਵਿਸਿਜ਼ ਹੋਣ ਜਾਂ ਦੋਨੋਂ ਹੋਣ, ਤਾਂ ਉਹ 2 ਇਨਵੋਲਵ ਹੋਣਗੀਆਂ। ਬਟ ਇਹਨਾਂ 'ਚ ਡਿਫਰੈਂਸ ਕੀ ਹੈ, ਤਾਂ ਡਿਫਰੈਂਸ ਕੀ ਹੈ ਕਿ ਜੋ ਕੰਪੋਜ਼ਿਟ ਸਪਲਾਈ ਹੁੰਦੀ ਹੈ ਉਹ ਨੈਚੁਰਲੀ ਬੰਡਲਡ ਹੁੰਦੀ ਹੈ। ਨੈਚੁਰਲੀ ਬੰਡਲਡ ਦਾ ਮਤਲਬ ਨਾ ਉਹ ਕੀ ਹੈ ਕਿ ਇਹਦੀ ਕੋਈ ਡੈਫੀਨੇਸ਼ਨ ਨਹੀਂ ਹੈਗੀ ਐਗਜ਼ੈਕਟਲੀ ਆਪਾਂ ਕਹੀਏ ਕਿ ਐਕਟ ਨੇ ਡਿਫਾਈਨ ਕਰ,
बट इनू जो आप लेमन टर्म्स समझे तो नैचुरल बंडलिंग का मतलब की आ गया कि दो चीज़ां जो एक दूजे को कॉम्पलीमेंट करते हैं, जो उन्होंने इकट्ठा क्लब करके सप्लाई किया जा रहा है। जिमें एग्जाम्पल आप ले लें, एग्जाम्पल हो जाएगा अपना लैपटॉप बैग कि मैं लैपटॉप खरीदन गया तो परसन जो सेलर है उन्हें मैनू लैपटॉप बैग भी देता नाल, उन्हें क्लब करके दोनों चीज़ां मैनू इकट्ठी सप्लाई करती। तो इत्थे एक नैचुरल बंडलिंग हो रही है अपनी। बट जे सपोज वो मैनू लैपटॉप के नाल टीवी का रिमोट दे दिंदा या कोई होर यह जी चीज़ दे दिंदा जिहदा लैपटॉप के नाल कोई लिंक नहीं, बट वो मैनू क्लब करके दे दिंदा, तो उन्होंने आपां कंपोजिट सप्लाई ना कहिंदे, क्योंकि वो नैचुरली बंडल नहीं हो रही। दूजा फीचर कंपोजिट सप्लाई का की हुंदा है कि वन ऑफ दी आइटम्स इज़ ए प्रिंसीपल सप्लाई। नाउ प्रिंसीपल सप्लाई का की मतलब होया, बहुत सिंपल गल है कि मेन सप्लाई। प्रिंसीपल सप्लाई का मतलब मेन सप्लाई। ना हुण उपरली एग्जाम्पल दे विच लैपटॉप बैग ते लैपटॉप दे विचों क्लीयर कट दिख रहा है कि जो लैपटॉप है वही मेन सप्लाई है, वही मेन सप्लाई है, वही प्रिंसीपल सप्लाई है। ओके, तो वो कंपोजिट सप्लाई है। जो ये दोनों अपनी फुलफिल हो गए तो वो कंपोजिट सप्लाई बन जाएगी। ना हुण जिवें आपां पढ़िया सी कि इत्थे टैक्स रेट की लगेगा, तो टैक्स रेट लगेगा जो प्रिंसीपल सप्लाई का रेट है वो टैक्स रेट लग जाएगा। सपोज एग्जाम्पल ते आपां तौर ते गल करिए तो लैपटॉप का रेट सपोज 18% है तो लैपटॉप बैग का 28% है। तो जो दोनों क्लब करके एक सिंगल पैकेज बना के बेचा जाएगा, तो क्योंकि वो कंपोजिट सप्लाई बन गई है तो प्रिंसीपल सप्लाई का रेट लगेगा जो कि अपने एग्जाम्पल के 18% है। ओके, दैन जो अपनी सैकेंड टाइप है वो हैगी मिक्स सप्लाई। मिक्स सप्लाई दे विच ऑब्वियसली ओपोजिट हो जाएगा कि वो आर्टिफिशियली बंडल्ड होएगी कि आप बंडल तो करता बट उन्होंने कोई नेचर सिमिलर नहीं है बंडल करन दा। इत्थे अपने को एग्जाम्पल आ जाती है जिवें आप गिफ्ट बैग दिंदे आ कोई भी अपने त्यौहार ते, सपोज दिवाली ते आप गिफ्ट बैग दिंदे आ, तो इसकी एग्जाम्पल आ जाएगी गिफ्ट बैग दी। गिफ्ट बैग जिमें आप गिफ्ट बैग जिमें जनरली दिवाली वगैरह त्योहारों से दिता जाता है गिफ्ट बैग, तो इसकी एग्जाम्पल आ जाएगी गिफ्ट बैग। जिमें कि त्योहारों से लाइक एक दिवाली से गिफ्ट किया जाता है, की किया जाता है कि मल्टीपल चीज़ों बंडल करके, लाइक उस अपने जूसिस भी होंगे हैं, बिस्किट्स भी होंगे हैं, चॉकलेट्स भी होंगी हैं, तो उन्होंने बंडल अप करके एक गिफ्ट बनाया जाता है। ना वो ये जो चीज़ां है नैचुरली नहीं जाती। क्यों? क्योंकि सपोज उस गिफ्ट के विच एक 500 रुपये की चॉकलेट भी हो सकती है एंड 10 रुपये का एक कोई छोटा मोटा आइटम भी हो सकती है। तो वो जो आइटम्स हैं वो नैचुरली बंडल नहीं होता, पर इकट्ठा क्लब करके एक पैकेज बनाता, तो उत्थे की होएगा कि आर्टिफिशियल बंडलिंग होएगी एंड इस दे विच कोई प्रिंसीपल सप्लाई नहीं है। हो सकता है किसी लिए जूस मेन होए, किसी लिए वो होए, तो इत्थे कोई मेन सप्लाई नहीं कह सकते आपां। टैक्स किवें लगेगा? टैक्स लगेगा उस सप्लाई ते जिहदा हाईएस्ट रेट है। तो इसी एग्जाम्पल विच सपोज आप कर लें कि जूसिस का 5% है, बिस्किट्स का 12% है, चॉकलेट्स का 18% है, तो इत्थे सारे पैकेज से ही 18% जो कि हाईएस्ट रेट है वो लग जाएगा। तो ये होगी अपनी मिक्स सप्लाई। सो आप कंपोजिट ते मिक्सड का डिफरेंस होपफुली आप समझ गए होवांगे। तो ये तो अपनी गल होगी सप्लाई की। हुण आपां सप्लाई सारा पढ़ लिया कि सप्लाई की हुंदा है, उहदे की एक्सैप्शनस हैं, दैन कंपोजिट ते मिक्स सप्लाई की है। हुण आपां जो अपने स्टार्टिंग दे विच आपां देखिया सी कि GST इज़ लेविड ऑन सप्लाई ऑफ गुड्स एंड सर्विसेज। नाउ आपां सप्लाई तो पढ़ लिया, हुण आपां पढ़दे हैं कि गुड्स ते सर्विसेज की हुंदियां एज पर एक्ट। तो गुड्स की हुंदे हैं अपने, गुड्स हुंदा है इट इंक्लूड्स ऑल मूवेबल प्रॉपर्टी एक्सैप्ट मनी एंड सिक्योरिटीज़ बट इंक्लूड्स एक्शनेबल क्लेम्स ते ग्रोइंग क्रॉप्स। तो इनू सिंपल टर्म्स पढ़िए तो की होया कि कोई भी मूवेबल प्रॉपर्टी, एक्शनेबल क्लेम्स ते ग्रोइंग क्रॉप्स, ये तीनों अपने गुड्स दे विच आंदे हैं, बट मनी ते सिक्योरिटीज़ गुड्स दे विच नहीं आंदे। नाउ मनी की होगी अपनी होगी करंसी, सिक्योरिटीज़ अपनियां हो गई लाइक कोई स्टॉक्स हो गए वो चीज़। तो हुण जे आपां इस डेफिनेशन का एक जिस्ट कढ़िए तो अपने को सिर्फ 3 चीज़ां हैं जो अपने गुड्स दे विच नहीं आंदियां। एक तो होगी इमूवेबल प्रॉपर्टी, एक मनी, एक सिक्योरिटीज़। ये तीनों चीज़ां अपने को गुड्स दे विच नहीं आंदियां। ओके, तो दैन डेफिनेशन आ जाती है अपनी सर्विसेज की। सर्विसेज की हो गया एनीथिंग अदर दैन गुड्स, मनी एंड सिक्योरिटीज़। ये 3 चीज़ां नूं छड्ड के कोई भी चीज़ है वो गुड्स मनी जाएगी। ये 3 चीज़ां नूं छड्ड के कोई भी होर चीज़ है तो वो सर्विस मनी जाएगी। एक इहदे नाल इहने लिखिया है बट इट इंक्लूड्स एक्टिविटीज़ रिलेटिंग टू यूज़ और कन्वर्जन ऑफ मनी फॉर विच सैपरेट कंसीडरेशन इज चार्ज। नाउ ਇਹਦਾ मतलब की होया कि जिमें आप ऊपर देखो गल की है कि मनी जो है वो गुड नहीं है। ਇਹਦਾ मतलब की है, एक एग्जाम्पल ना समझते हैं
कि सपोज मैं किसी परसन ਨੂੰ 500 रुपीज़ ਦੇ 5 ਨੋਟਸ ਦਿੱਤੇ ਜਿਸ ਦੀ ਟੋਟਲ ਵੈਲਿਊ ਹੁਣ ਬਣ ਗਈ 2500 ਤੇ ਉਸ ਪਰਸਨ ਨੇ ਉਹਦੇ ਵੰਡੇ ਮੈਨੂੰ 100 ਰੁਪਏ ਦੇ 25 ਨੋਟ ਦਿੱਤੇ ਉਹ ਵੀ 25। ਤਾਂ ਇੱਥੇ ਕੀ ਹੋ ਰਿਹਾ ਹੈ ਕਿ ਜੋ ਕਰੰਸੀ ਹੈ क्योंकि वो गुड्स नहीं है ईवन दो ट्रांसफर हो रही है चीज़ की बट क्योंकि मनी जो गुड्स की डेफिनेशन में नहीं आती तो इतने कोई GST नहीं लगेगा। बट जे सपोज वो परसन मैनू खुले पैसे देन दे कोई फीस चार्ज करता सपोज 20 रुपीज़ चार्ज करता है मेरे तो वो जो फीस का कंपोनेंट है जो उन्हें मेरे तो फीस चार्ज की तो उत्थे की होएगा कि वो एक सर्विस बन जाएगी तो उस फीस के कंपोनेंट पर GST लग सकता है। तो वो यही कह रहे हैं ਤਾਂ ਇੱਥੇ ਜੋ ਡੈਫੀਨੇਸ਼ਨ ਦੇ ਵਿੱਚ ਇਹੀ ਕਹਿ ਰਿਹਾ ਕਿ ਐਕਟੀਵਿਟੀਜ਼ ਰਿਲੇਟਡ ਟੂ ਯੂਜ਼ ਔਰ ਕਨਵਰਜਨ ਆਫ ਮਨੀ। ਨਾਓ ਕਨਵਰਜਨ ਆਫ ਮਨੀ ਦਾ ਮਤਲਬ ਕੀ ਆ ਜਾਂਦਾ ਹੈ ਕਿ ਸਪੋਜ਼ ਤੁਸੀਂ ਰੁਪੀਜ਼ ਦੇ ਕੇ ਡਾਲਰਸ ਲੈਣੇ ਸੀਗੇ ਤਾਂ ਜਦੋਂ ਐਕਸਚੇਂਜ ਤੁਹਾਨੂੰ ਡਾਲਰਸ ਦੇਗੀ ਤਾਂ ਉਹ ਤੁਹਾਡੇ ਤੋਂ ਕੋਈ ਫੀਸ ਚਾਰਜ ਕਰੇਗੀ ਤਾਂ ਉਹ ਜੋ ਸਰਵਿਸ ਹੈ ਉਹ ਜੋ ਐਕਟੀਵਿਟੀ ਉਹ ਪਰਫਾਰਮ ਕਰ ਰਿਹਾ ਤੇ ਉਹਦੇ ਲਈ ਕੰਸੀਡਰੇਸ਼ਨ ਚਾਰਜ ਕਰ ਰਿਹਾ ਤਾਂ ਉਹਨੂੰ ਆਪਾਂ ਸਰਵਿਸ ਮੰਨਾਂਗੇ। ਓਕੇ ਸੋ ਹੋਪਫੁਲੀ ਤੁਹਾਨੂੰ ਸਪਲਾਈ ਵੀ ਕਲੀਅਰ ਹੋ ਗਈ ਹੋਏਗੀ ਤੇ ਗੁੱਡਸ ਐਂਡ ਸਰਵਿਸਿਜ਼ ਵੀ ਕਲੀਅਰ ਹੋ ਗਏ ਹੋਣਗੇ। ਥੋੜਾ ਜਿਹਾ ਕੰਪਲੈਕਸ ਟੌਪਿਕ ਹੈ ਇੱਕ ਵਾਰ ਦੁਬਾਰਾ ਤੋਂ ਜੇ ਤੁਸੀਂ ਥਿੰਗਸ ਟੂ ਰਿਮੈਂਬਰ ਟੌਪਿਕ ਨੂੰ ਆਪਣਾ ਦੇਖ ਲਓਗੇ ਤਾਂ ਤੁਹਾਨੂੰ ਹੋਰ ਕਲੈਰਿਟੀ ਹੋ ਜਾਏਗੀ ਤੇ ਉਸ ਤੋਂ ਬਾਅਦ ਆਪਾਂ ਜਦੋਂ ਹੁਣ MCQs ਦੇਖਾਂਗੇ ਤਾਂ ਤੁਹਾਨੂੰ ਆਨਸਰ ਕਰਨ ਦੇ ਵਿੱਚ ਹੋਰ ਈਜ਼ ਰਹੇਗੀ। ਓਕੇ ਸੋ ਹੁਣ ਆਪਾਂ MCQs ਸ਼ੁਰੂ ਕਰਾਂਗੇ। ਤਾਂ ਜੋ ਫਸਟ MCQ ਹੈ ਉਹ ਹੈ ਕਿ ਵਾਟ ਇਜ਼ ਦ ਟਰਮ ਯੂਜ਼ਡ ਫॉर ਟੈਕਸੇਬਲ ਇਵੈਂਟ ਅੰਡਰ GST ਮਤਲਬ ਕਿ GST ਦੇ ਅੰਡਰ ਟੈਕਸੇਬਲ ਇਵੈਂਟ ਨੂੰ ਆਪਾਂ ਕੀ ਕਹਿੰਦੇ ਆ ਤਾਂ ਉਹਨੂੰ ਆਪਾਂ ਕਹਿੰਦੇ ਆ ਸਪਲਾਈ। ਨਾਓ ਇਹਦੇ ਬਾਰੇ ਆਪਾਂ ਯਾਦ ਰੱਖਣਾ ਹੈ ਹੁਣ ਕਿ GST ਜੋ ਹੈ ਉਹ ਲੈਵੀ ਕੀਤਾ ਜਾਂਦਾ ਸਪਲਾਈ ਆਫ ਗੁੱਡਸ ਤੇ ਜਾਂ ਸਰਵਿਸਿਜ਼ ਤੇ ਜਾਂ ਦੋਨਾਂ ਤੇ। ਤਾਂ ਸਪਲਾਈ ਆਪਣਾ ਕੀ ਹੋ ਗਿਆ ਇੱਕ ਕੀਵਰਡ ਹੋ ਗਿਆ ਇੱਥੇ ਜੋ ਆਪਾਂ ਯਾਦ ਰੱਖਣਾ। ਓਕੇ ਨੈਕਸਟ ਕੁਐਸਚਨ ਜੋ ਆਪਣਾ ਆ ਜਾਂਦਾ ਹੈ ਉਹ ਆ ਜਾਂਦਾ ਹੈ ਕਿ ਵਿਚ ਆਫ ਥੀਸ ਇਜ਼ ਨਾਟ ਅ ਫੀਚਰ ਆਫ ਸਪਲਾਈ ਕਿ ਇਹਨਾਂ ਵਿੱਚੋਂ ਸਪਲਾਈ ਦਾ ਕਿਹੜਾ ਫੀਚਰ ਨਹੀਂ ਹੈਗਾ। ਤਾਂ ਆਪਣੇ ਚਾਰੋਂ ਆਪਸ਼ਨਸ ਆ ਜਾਂਦੇ ਆ ਇਹਦੇ ਵਿੱਚੋਂ ਜੋ ਆਪਣਾ ਆਨਸਰ ਹੈ ਉਹ ਹੈਗਾ ਸਪਲਾਈ ਇਜ਼ ਨਾਟ ਫॉर ਫਰਦਰੈਂਸ ਆਫ ਬਿਜ਼ਨਸ। ਤਾਂ ਇਹ ਆਪਣਾ ਫੀਚਰ ਨਹੀਂ ਹੈ ਸਪਲਾਈ ਦਾ। ਤਾਂ ਸੋ ਆਪਾਂ ਮੇਨ ਚੀਜ਼ਾਂ ਕੀ ਯਾਦ ਰੱਖਣੀਆਂ ਸਪਲਾਈ ਦੀਆਂ ਕਿ ਇੱਕ ਤਾਂ ਉਹ ਫॉर ਗੁੱਡਸ ਔਰ ਸਰਵਿਸਿਜ਼ ਹੈ, ਇੱਕ ਉਹ ਮੇਡ ਫॉर ਕੰਸੀਡਰੇਸ਼ਨ ਹੈ ਤੇ ਇੱਕ ਉਹ ਫॉर ਫਰਦਰੈਂਸ ਆਫ ਬਿਜ਼ਨਸ। ਓਕੇ ਦੈਨ ਕੰਸੀਡਰੇਸ਼ਨ ਦੇ ਵਿੱਚ ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਜੋ ਕੰਸੀਡਰੇਸ਼ਨ ਹੁੰਦੀ ਹੈ ਇਹਦੀ ਵੀ ਕੁਝ ਐਕਸੈਪਸ਼ਨਸ ਹੈ ਜੋ ਕਿ ਆਪਾਂ ਸ਼ਡਿਊਲ 1 ਦੇ ਵਿੱਚ ਦੇਖ ਚੁੱਕੇ ਹਾਂ ਪਿੱਛੇ ਐਂਡ ਫਰਦਰੈਂਸ ਆਫ ਬਿਜ਼ਨਸ ਦੀ ਵੀ ਐਕਸੈਪਸ਼ਨ ਹੈ ਜੋ ਕਿ ਆਪਾਂ ਇੰਪੋਰਟ ਆਫ ਸਰਵਿਸਿਜ਼ ਫॉर ਕੰਸੀਡਰੇਸ਼ਨ ਦੀ ਗੱਲ ਕਰ ਚੁੱਕੇ ਹਾਂ। ਇਹਦੇ ਅੱਗੇ ਆਪਾਂ ਹੁਣ ਕੁਐਸਚਨਸ ਦੇਖਦੇ ਹਾਂ ਕਿ ਵਿਚ ਆਫ ਥੀਸ ਇਜ਼ ਅ ਸਪਲਾਈ ਈਵਨ ਵੈਨ ਇਟ ਇਜ਼ ਨਾਟ ਫॉर ਫਰਦਰੈਂਸ ਆਫ ਬਿਜ਼ਨਸ ਮਤਲਬ ਕਿ ਇਹਨਾਂ ਵਿੱਚੋਂ ਕਿਹੜੀ ਚੀਜ਼ ਸਪਲਾਈ ਮੰਨੀ ਜਾਏਗੀ ਈਵਨ ਜੇ ਉਹ ਫਰਦਰੈਂਸ ਆਫ ਬਿਜ਼ਨਸ ਲਈ ਨਹੀਂ ਹੈ। ਓਕੇ ਤਾਂ ਉਹਦਾ ਆਨਸਰ ਕੀ ਹੈ ਉਹ ਹੈ ਇੰਪੋਰਟ ਆਫ ਸਰਵਿਸ ਫॉर ਕੰਸੀਡਰੇਸ਼ਨ ਮਤਲਬ ਜੇ ਆਪਾਂ ਕੋਈ ਸਰਵਿਸ ਇੰਪੋਰਟ ਕਰ ਰਹੇ ਹਾਂ ਤੇ ਆਪਾਂ ਉਹਦੇ ਲਈ ਕੋਈ ਕੰਸੀਡਰੇਸ਼ਨ ਪੇ ਕਰ ਰਹੇ ਹਾਂ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ ਫਰਦਰੈਂਸ ਆਫ ਬਿਜ਼ਨਸ ਲਈ ਹੈ ਜਾਂ ਨਹੀਂ ਹੈ ਉਹਨੂੰ ਆਪਾਂ ਸਪਲਾਈ ਮੰਨਾਂਗੇ। ਓਕੇ ਨੈਕਸਟ ਕੁਐਸਚਨ ਆ ਜਾਂਦਾ ਆਪਣਾ ਕੁਐਸਚਨ 4 ਉਹ ਹੈਗਾ ਵਿਚ ਆਫ ਥੀਸ ਨੀਡਸ ਕੰਸੀਡਰੇਸ਼ਨ ਫॉर ਇਟ ਟੂ ਬੀ ਕੰਸੀਡਰਡ ਐਜ਼ ਸਪਲਾਈ ਮਤਲਬ ਇਹਨਾਂ ਚਾਰਾਂ ਦੇ ਵਿੱਚੋਂ ਆਪਸ਼ਨ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਕਿਸ ਆਪਸ਼ਨ ਦੇ ਵਿੱਚ ਕੰਸੀਡਰੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਉਹਨੂੰ ਸਪਲਾਈ ਮੰਨ ਸਕੀਏ। ਇਹ ਆਪਾਂ ਕੁਐਸਚਨ ਉਹਦਾ ਹੈ ਉਹ ਆਪਣਾ ਐਕਸੈਪਸ਼ਨਸ ਦਾ। ਤਾਂ ਇੱਥੋਂ ਜਿਵੇਂ ਹੁਣ ਤੁਸੀਂ ਆਨਸਰ ਕਰ ਪਾਓਗੇ ਉਹ ਹੈਗਾ ਇੰਪੋਰਟ ਆਫ ਸਰਵਿਸਿਜ਼ ਫਰੋਮ ਅਨਰਿਲੇਟਿਡ ਪਰਸਨਸ। ਨਾਓ ਪਿੱਛੇ ਆਪਾਂ ਜਿਵੇਂ ਦੇਖਿਆ ਸੀ ਕਿ ਸਪਲਾਈ ਤਾਂ ਹੀ ਬਣੇਗੀ ਜੇ ਉਸ ਦੇ ਵਿੱਚ ਕੋਈ ਕੰਸੀਡਰੇਸ਼ਨ ਇਨਵੋਲਵਡ ਹੈ ਬਟ ਉਹਦੀ 4 ਐਕਸੈਪਸ਼ਨ ਸੀ। ਉਹ 4 ਐਕਸੈਪਸ਼ਨਸ ਆਪਣੀਆਂ ਕੀ ਸੀਗੀਆਂ ਕਿ ਇੱਕ ਤਾਂ ਪਰਮਾਨੈਂਟ ਡਿਸਪੋਜ਼ਲ ਆਫ ਬਿਜ਼ਨਸ ਐਸਟ ਸੀ, ਇੱਕ ਸੀਗੀ ਆਪਣੀ ਬਿਟਵੀਨ ਰਿਲੇਟਿਡ ਔਰ ਡਿਸਟਿੰਕਟ ਪਰਸਨਸ ਇਹ ਆਪਾਂ ਡਿਕਲੇਅਰ ਇਹ ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਦੈਨ ਸਪਲਾਈ ਆਫ ਗੁੱਡਸ ਬਿਟਵੀਨ ਪ੍ਰਿੰਸੀਪਲ ਐਂਡ ਏਜੰਟ ਹੋਗੀ, ਦੈਨ ਇੰਪੋਰਟ ਆਫ ਸਰਵਿਸ ਫਰੋਮ ਰਿਲੇਟਿਡ ਪਰਸਨ ਹੋਗੀ ਫॉर ਬਿਜ਼ਨਸ। ਤਾਂ ਇਹਨਾਂ ਚਾਰਾਂ ਦੇ ਵਿੱਚ ਜੇ ਕੰਸੀਡਰੇਸ਼ਨ ਨਹੀਂ ਵੀ ਹੈਗੀ ਤਾਂ ਵੀ ਆਪਾਂ ਉਹਨੂੰ ਸਪਲਾਈ ਮੰਨਣਾ। ਦੈਨ ਨੈਕਸਟ ਕੁਐਸਚਨ ਆ ਜਾਂਦਾ ਆਪਣਾ ਵਿਚ ਆਫ ਥੀਸ ਇਜ਼ ਨਾਟ ਅ ਫੀਚਰ ਆਫ ਕੰਪੋਜ਼ਿਟ ਸਪਲਾਈ। ਤਾਂ ਇਹ ਤਾਂ ਤੁਸੀਂ ਈਜ਼ੀਲੀ ਆਨਸਰ ਕਰ ਪਾਓਗੇ। ਆਨਸਰ ਜੋ ਇਹਦਾ ਹੈਗਾ ਉਹ ਹੈ ਬੀ ਆਰਟੀਫੀਸ਼ੀਅਲੀ ਬੰਡਲਡ। ਤਾਂ ਕੰਪੋਜ਼ਿਟ ਸਪਲਾਈ ਦੇ ਆਪਾਂ ਫੀਚਰਸ ਦੇਖੇ ਸੀ। ਜੋ ਬੇਸਿਕ ਫੀਚਰ ਸੀ ਉਹ ਤਾਂ ਸੀ ਕਿ 2 ਔਰ ਮੋਰ ਗੁੱਡਸ ਔਰ ਸਰਵਿਸਿਜ਼ ਹੋਣੀ ਚਾਹੀਦੀਆਂ, ਦੈਨ ਉਹ ਨੈਚੁਰਲੀ ਬੰਡਲਡ ਹੋਣਾ ਚਾਹੀਦਾ ਤੇ ਦੈਨ ਉਹਨਾਂ 2 ਔਰ ਮੋਰ ਦੇ ਵਿੱਚੋਂ ਕੋਈ ਇੱਕ ਆਈਟਮ ਨੂੰ ਆਪਾਂ ਪ੍ਰਿੰਸੀਪਲ ਸਪਲਾਈ ਕਹਿ ਸਕਦੇ ਹੋਈਏ ਤਾਂ ਉਹ ਕੰਪੋਜ਼ਿਟ ਸਪਲਾਈ ਮੰਨੀ ਜਾਏਗੀ।
ਐਗਜ਼ਾਮਪਲ ਕੀ ਆਪਾਂ ਦੇਖੀ ਸੀ ਕੰਪੋਜ਼ਿਟ ਸਪਲਾਈ ਦੀ ਕਿ ਜਦੋਂ ਆਪਾਂ ਲੈਪਟਾਪ ਖਰੀਦਦੇ ਹਾਂ ਤੇ ਨਾਲ ਉਹਦੇ ਲੈਪਟਾਪ ਬੈਗ ਆਪਾਂ ਨੂੰ ਦਿੱਤਾ ਜਾਂਦਾ ਹੈ ਐਜ਼ ਅ ਪੈਕੇਜ ਡੀਲ। ਤਾਂ ਉੱਥੇ ਕਿਉਂਕਿ ਲੈਪਟਾਪ ਇੱਕ ਪ੍ਰਿੰਸੀਪਲ ਸਪਲਾਈ ਹੈ ਐਂਡ ਇਹਨੂੰ ਇੱਕ ਆਪਾਂ ਨੈਚੁਰਲ ਬੰਡਲਿੰਗ ਕਹਿ ਸਕਦੇ ਹਾਂ, ਤਾਂ ਉੱਥੇ ਉਹ ਕੰਪੋਜ਼ਿਟ ਸਪਲਾਈ ਬਣ ਜਾਂਦੀ ਆ। ਨਾਓ ਰੇਟ ਕੀ ਲੱਗੇਗਾ ਕੰਪੋਜ਼ਿਟ ਸਪਲਾਈ ਦੇ ਵਿੱਚ, ਜੋ ਉਹਦੀ ਪ੍ਰਿੰਸੀਪਲ ਸਪਲਾਈ ਦਾ ਰੇਟ ਹੈ। ਦੈਟ ਮੀਨਸ ਆਪਣੀ ਐਗਜ਼ਾਮਪਲ ਦੇ ਵਿੱਚ ਜੋ ਲੈਪਟਾਪ ਤੇ ਟੈਕਸ ਰੇਟ ਲੱਗੇਗਾ ਉਹੀ ਪੂਰੇ ਪੈਕੇਜ ਤੇ ਲੱਗ ਜਾਏਗਾ। ਦੈਨ ਆਪਣੇ ਕੋਲ ਜੋ ਨੈਕਸਟ ਕੁਐਸਚਨ ਆਉਂਦਾ ਹੈ ਉਹ ਆਉਂਦਾ ਹੈ ਕਿ ਵਾਟ ਇਜ਼ ਨਾਟ ਇਨਕਲੂਡਿਡ ਇਨ ਦ ਡੈਫੀਨੇਸ਼ਨ ਆਫ ਗੁਡਸ ਐਜ਼ ਪਰ GST ਲਾਅ, ਕਿ GST ਦੇ ਮੁਤਾਬਿਕ ਗੁਡਸ ਦੀ ਡੈਫੀਨੇਸ਼ਨ ਦੇ ਵਿੱਚ ਕੀ ਨਹੀਂ ਆਉਂਦਾ। ਤਾਂ ਇਹਨਾਂ ਆਪਸ਼ਨਸ ਦੇ ਵਿੱਚੋਂ ਕਲੀਅਰ ਕੱਟ ਤੁਸੀਂ ਈਜ਼ੀਲੀ ਆਨਸਰ ਕਰ ਪਾਓਗੇ, ਉਹ ਹੈ ਡੀ ਮਨੀ। ਦੈਟ ਮੀਨਸ ਕਿ ਮਨੀ ਹੈ ਜੋ ਕਰੰਸੀ ਹੈ ਉਹ ਗੁਡਸ ਦਾ ਪਾਰਟ ਨਹੀਂ ਬਣਦੀ ਐਜ਼ ਪਰ GST। ਤਾਂ ਗੁਡਸ ਦੀ ਡੈਫੀਨੇਸ਼ਨ ਆਪਾਂ ਕੀ ਪੜ੍ਹੀ ਸੀ ਕਿ ਗੁਡਸ ਇੰਕਲੂਡ ਕਰਦਾ ਹੈ all movable property including growing crops, actionable claims। ਇਹ ਆਪਾਂ ਯਾਦ ਰੱਖਣਾ ਕਿਉਂਕਿ ਇਹ ਪੇਪਰ ਵਿੱਚ ਉਲਝਾ ਸਕਦੇ ਆ, ਇਹਨਾਂ ਨੂੰ ਵੀ ਸੈਪਰੇਟਲੀ ਪਾਇਆ ਜਾ ਸਕਦਾ। ਤਾਂ ਗੁਡਸ ਕੀ ਹੈ all movable property including growing crops, actionable claims। ਬਟ ਤਿੰਨ ਚੀਜ਼ਾਂ ਨੂੰ ਇੰਕਲੂਡ ਨਹੀਂ ਕਰਦਾ, ਉਹ ਹੈ immovable property, money and securities। ਤਾਂ ਜੇ immovable property ਦੀ ਗੱਲ ਕਰੀਏ ਤਾਂ ਜੇ ਆਪਾਂ ਸਭ ਤੋਂ ਪਹਿਲਾਂ ਇਮੂਵੇਬਲ ਪ੍ਰੋਪਰਟੀ ਦੀ ਗੱਲ ਕਰੀਏ ਤਾਂ ਆਪਣੀ ਐਗਜ਼ਾਮਪਲ ਆ ਜਾਂਦੀ ਹੈ ਕੋਈ ਰੈਜ਼ੀਡੈਂਸ਼ੀਅਲ ਹਾਊਸ। ਸਪੋਜ਼ ਆਪਾਂ ਰੈਜ਼ੀਡੈਂਸ਼ੀਅਲ ਹਾਊਸ ਵੇਚਦੇ ਹਾਂ ਤਾਂ ਕੀ ਆਪਾਂ ਉਹ 'ਤੇ GST ਦਿੰਦੇ ਹਾਂ? ਨਹੀਂ। ਕਿਉਂ ਨਹੀਂ ਦਿੰਦੇ? ਕਿਉਂਕਿ ਉਹ ਗੁਡਸ ਦੀ ਪਾਰਟ ਹੀ ਨਹੀਂ ਬਣਦਾ ਡੈਫੀਨੇਸ਼ਨ ਦੇ ਵਿੱਚ। ਤਾਂ ਕਿਉਂਕਿ ਗੁਡਸ ਦਾ ਪਾਰਟ ਨਹੀਂ ਬਣਿਆ ਤਾਂ ਉਹ 'ਤੇ GST ਲੱਗਣਾ ਹੀ ਨਹੀਂ। ਦੈਨ ਮਨੀ ਆ ਗਈ ਆਪਣੀ, ਮਨੀ ਆ ਗਈ ਕਰੰਸੀ। ਕਰੰਸੀ ਤਾਂ ਆਪਾਂ ਪਿੱਛੇ ਡਿਸਕਸ ਕਰ ਹੀ ਲਿਆ ਕਿ ਜੇ ਮੈਂ ਕਰੰਸੀ ਕਿਸੇ ਨੂੰ ਦੇ ਰਿਹਾ ਤਾਂ ਉਹ 'ਤੇ GST ਨਹੀਂ ਲੱਗਦਾ ਕਿਉਂਕਿ ਉਹ ਗੁਡਸ ਦਾ ਪਾਰਟ ਨਹੀਂ ਹੈ। ਦੈਨ ਸਿਕਿਉਰਿਟੀ ਸਿਮਿਲਰਲੀ ਕੋਈ ਸਟਾਕਸ ਆ ਗਏ, ਜਦੋਂ ਆਪਾਂ ਸਟਾਕ ਸੈਲ ਕਰਦੇ ਹਾਂ ਤਾਂ ਉਹ 'ਤੇ ਕੋਈ GST ਨਹੀਂ ਲੱਗਦਾ। ਹੁਣ ਇਹਨਾਂ ਤਿੰਨਾਂ 'ਤੇ GST ਸਿਰਫ ਇੱਕ ਰੀਜ਼ਨ ਕਰਕੇ ਨਹੀਂ ਲੱਗ ਰਿਹਾ ਕਿਉਂਕਿ ਇਹ ਗੁਡਸ ਦੀ ਡੈਫੀਨੇਸ਼ਨ ਤੋਂ ਬਾਹਰ ਹੈ ਤੇ ਇਹਨਾਂ 'ਤੇ GST ਨਹੀਂ ਲੱਗਣਾ। ਓਕੇ, ਸੋ ਇਹ ਤਾਂ ਆਪਣੇ ਹੋ ਗਏ ਸਾਰੇ MCQs ਤੇ ਆਪਾਂ ਦੋਨੋਂ ਟੌਪਿਕਸ ਵੀ ਡਿਸਕਸ ਕਰ ਲਏ ਅੱਜ, ਸਪਲਾਈ ਤੇ ਗੁਡਸ ਤੇ ਸਰਵਿਸਿਜ਼ ਦੇ। ਦੈਨ ਆਪਾਂ MCQs ਵੀ ਡਿਸਕਸ ਕਰ ਲਏ। ਨਾਓ ਇੱਕ ਵਾਰ ਆਪਾਂ ਰੀਕੈਪ ਕਰ ਲੈਂਦੇ ਹਾਂ ਤਾਂ ਕਿ ਆਪਣਾ ਕੋਈ ਪੁਆਇੰਟ ਮਿਸ ਨਾ ਹੋਏ ਤੇ ਆਪਾਂ ਪੂਰੀ ਆਪਣੀ ਕਲੈਰਿਟੀ ਬਣ ਜਾਏ ਇੱਕ ਵਾਰ। ਤਾਂ ਰੀਕੈਪ ਦੇ ਵਿੱਚ ਜਦੋਂ ਆਪਾਂ ਦੇਖਾਂਗੇ ਤਾਂ ਜੋ ਆਪਾਂ ਸਭ ਤੋਂ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ ਉਹ ਇਹ ਹੈ ਕਿ ਜੋ ਸਪਲਾਈ ਹੈ ਉਹ ਟੈਕਸੇਬਲ ਇਵੈਂਟ ਹੈ GST ਦੇ ਅੰਡਰ। ਇਹਦਾ ਮਤਲਬ ਕੀ ਹੋਇਆ ਕਿ ਜੋ GST ਹੈ ਉਹ ਲੈਵੀ ਕੀਤਾ ਜਾਂਦਾ ਹੈ ਸਪਲਾਈ ਆਫ ਗੁਡਸ ਐਂਡ ਸਰਵਿਸਿਜ਼ ਤੇ, ਸਪਲਾਈ ਆਫ ਗੁਡਸ ਐਂਡ ਸਰਵਿਸਿਜ਼। ਨਾਓ ਜੋ ਆਪਣੀ ਸਪਲਾਈ ਹੈ ਉਹਦੇ ਫੀਚਰਸ ਕੀ ਹੈ ਉਹ ਆਪਾਂ ਡਿਸਕਸ ਕੀਤੇ ਸੀ ਕਿ ਇੱਕ ਤਾਂ ਇਹ ਗੁਡਸ ਐਂਡ ਸਰਵਿਸਿਜ਼ ਦੀ ਹੋਣੀ ਚਾਹੀਦੀ ਹੈ, ਇੱਕ ਇਹ ਫॉर ਕੰਸੀਡਰੇਸ਼ਨ ਯਾਨੀ ਕਿ ਸਮਥਿੰਗ ਇਨ ਰਿਟਰਨ ਉਹਦੇ ਲਈ ਹੋਣੀ ਚਾਹੀਦੀ ਹੈ। ਦੈਨ ਇੱਕ ਇਹ ਫॉर ਫਰਦਰੈਂਸ ਆਫ ਬਿਜ਼ਨਸ, ਇਹ ਮੇਰੇ ਬਿਜ਼ਨਸ ਲਈ ਹੋਣੀ ਚਾਹੀਦੀ ਹੈ, ਮੇਰੇ ਪਰਸਨਲ ਯੂਜ਼ ਲਈ ਨਹੀਂ ਹੋਣੀ ਚਾਹੀਦੀ। ਦੈਨ ਉਸ ਤੋਂ ਬਾਅਦ ਜਿਵੇਂ ਆਪਾਂ ਉੱਪਰ ਡਿਸਕਸ ਕੀਤਾ ਕਿ ਕੰਸੀਡਰੇਸ਼ਨ ਜ਼ਰੂਰੀ ਹੈ ਕਿਸੇ ਚੀਜ਼ ਨੂੰ ਸਪਲਾਈ ਡਿਕਲੇਅਰ ਕਰਨ ਲਈ, ਬਟ ਉਸ ਦੀਆਂ ਵੀ ਕੁਝ ਐਕਸੈਪਸ਼ਨਸ ਹੈ ਜਿਹਨੂੰ ਕਿ ਆਪਾਂ ਸ਼ਡਿਊਲ 1 ਦੇ ਅੰਡਰ ਕਵਰ ਕਰਦੇ ਹਾਂ। ਉਹ ਐਕਸੈਪਸ਼ਨਸ ਕੀ ਹੈ ਕਿ ਇੱਕ ਤਾਂ ਡਿਸਪੋਜ਼ਲ ਹੈ ਬਿਜ਼ਨਸ ਐਸੈਟਸ ਦੀ ਪਰਮਾਨੈਂਟਲੀ, ਇੱਕ ਆਪਣੇ ਕੋਲ ਰਿਲੇਟਿਡ ਔਰ ਡਿਸਟਿੰਕਟ ਪਰਸਨ ਦੇ ਵਿੱਚ ਕੋਈ ਸਪਲਾਈ ਹੁੰਦੀ ਹੈ, ਇੱਕ ਪ੍ਰਿੰਸੀਪਲ ਦੇ ਏਜੰਟ ਦੇ ਵਿੱਚ ਗੁਡਸ ਦੀ ਸਪਲਾਈ ਹੁੰਦੀ ਹੈ, ਇੱਕ ਇੰਪੋਰਟ ਆਫ ਸਰਵਿਸ ਹੈ ਜੇ ਆਪਾਂ ਰਿਲੇਟਿਡ ਪਰਸਨ ਤੋਂ ਕਰਦੇ ਹਾਂ ਬਿਜ਼ਨਸ ਲਈ। ਤਾਂ ਇਹਨਾਂ ਚਾਰਾਂ ਦੇ ਵਿੱਚ ਜੇ ਕੰਸੀਡਰੇਸ਼ਨ ਨਹੀਂ ਵੀ ਹੈਗੀ ਤਾਂ ਵੀ ਆਪਾਂ ਉਹਨੂੰ ਸਪਲਾਈ ਮੰਨਾਂਗੇ। ਤਾਂ ਆਪਣੇ ਕੋਲ ਇੱਕ ਫਰਦਰੈਂਸ ਆਫ ਬਿਜ਼ਨਸ ਵੀ ਕੰਡੀਸ਼ਨ ਸੀ। ਉਸ ਕੰਡੀਸ਼ਨ ਦੀ ਇੱਕੋ ਐਕਸੈਪਸ਼ਨ ਹੈ ਕਿ ਜੇ ਆਪਾਂ ਸਰਵਿਸਿਜ਼ ਨੂੰ ਇੰਪੋਰਟ ਕਰ ਰਹੇ ਹਾਂ ਕੰਸੀਡਰੇਸ਼ਨ ਦੇ ਕੇ ਤਾਂ ਆਪਾਂ ਉਹਨੂੰ ਸਪਲਾਈ ਮੰਨਾਂਗੇ, ਚਾਹੇ ਉਹ ਬਿਜ਼ਨਸ ਲਈ ਹੈ ਚਾਹੇ ਨਹੀਂ ਹੈ। ਤਾਂ ਇਹ ਤਾਂ ਆਪਣੀ ਹੋ ਗਈਆਂ ਐਕਸੈਪਸ਼ਨਸ। ਦੈਨ ਆਪਾਂ ਸਪਲਾਈਜ਼ ਪੜ੍ਹੀਆਂ ਦੋ ਤਰੀਕੇ ਦੀਆਂ ਆਪਣੀਆਂ, ਕੰਪੋਜ਼ਿਟ ਐਂਡ ਮਿਕਸਡ। ਇਹਨਾਂ ਦੋਨਾਂ ਦੇ ਵਿੱਚ ਇੱਕ ਕਾਮਨ ਚੀਜ਼ ਸੀ ਕਿ ਇਹਨਾਂ ਦੋਨਾਂ ਦੇ ਵਿੱਚ ਹੀ 2 ਔਰ ਮੋਰ ਆਈਟਮਸ ਜਾਂ ਸਰਵਿਸਿਜ਼ ਜਾਂ ਗੁਡਸ ਇਨਵੋਲਵ ਹੋ ਰਹੇ ਸੀ। ਬਟ ਇਹਨਾਂ ਦੇ ਡਿਫਰੈਂਸਿਸ ਕੀ ਸੀ ਕਿ ਕੰਪੋਜ਼ਿਟ ਸਪਲਾਈ ਨੈਚੁਰਲੀ ਬੰਡਲ ਹੋਏਗੀ ਤੇ ਮਿਕਸ ਸਪਲਾਈ ਆਰਟੀਫਿਸ਼ੀਅਲੀ ਬੰਡਲ ਹੋਏਗੀ। ਦੈਨ ਕੰਪੋਜ਼ਿਟ ਸਪਲਾਈ ਦੇ ਵਿੱਚ ਇੱਕ ਪ੍ਰਿੰਸੀਪਲ ਸਪਲਾਈ ਹੋਏਗੀ ਜਿਹਨੂੰ ਆਪਾਂ ਈਜ਼ੀਲੀ ਆਈਡੈਂਟੀਫਾਈ ਕਰ ਪਾਵਾਂਗੇ, ਜਿਵੇਂ ਲੈਪਟਾਪ ਤੇ ਲੈਪਟਾਪ ਬੈਗ ਦੇ ਵਿੱਚ ਆਪਾਂ ਲੈਪਟਾਪ ਨੂੰ ਈਜ਼ੀਲੀ ਆਈਡੈਂਟੀਫਾਈ ਕਰ ਪਾ ਰਹੇ ਸੀ। ਬਟ ਮਿਕਸ ਸਪਲਾਈ ਦੇ ਵਿੱਚ ਆਪਾਂ ਈਜ਼ੀਲੀ ਆਈਡੈਂਟੀਫਾਈ ਨਹੀਂ ਕਰ ਸਕਦੇ ਕਿ ਪ੍ਰਿੰਸੀਪਲ ਸਪਲਾਈ ਕਿਹੜੀ ਹੈ। ਨਾਓ ਜਦੋਂ ਆਪਾਂ ਇੱਕ ਵਾਰ ਪ੍ਰਿੰਸੀਪਲ ਸਪਲਾਈ ਆਈਡੈਂਟੀਫਾਈ ਕਰ ਲਈ ਤਾਂ ਕੰਪੋਜ਼ਿਟ ਸਪਲਾਈ ਦੇ ਵਿੱਚ ਤਾਂ ਜੋ ਪ੍ਰਿੰਸੀਪਲ ਸਪਲਾਈ ਤੇ ਰੇਟ ਲੱਗੇਗਾ ਟੈਕਸ ਦਾ ਉਹੀ ਸਾਰੇ ਪੈਕੇਜ ਤੇ ਲੱਗ ਜਾਏਗਾ। ਬਟ ਮਿਕਸ ਸਪਲਾਈ ਦੇ ਵਿੱਚ ਕਿਉਂਕਿ ਆਪਾਂ ਪ੍ਰਿੰਸੀਪਲ ਸਪਲਾਈ ਈਜ਼ੀਲੀ ਆਈਡੈਂਟੀਫਾਈ ਨਹੀਂ ਕਰ ਪਾ ਰਹੇ ਤਾਂ ਉਹ 'ਤੇ ਟੈਕਸ ਲੱਗੇਗਾ, ਜੋ ਵੀ ਜਿੰਨੇ ਵੀ ਆਈਟਮਸ ਹੈ ਉਹਦੇ ਵਿੱਚੋਂ ਜਿਹਦਾ ਹਾਈਐਸਟ ਰੇਟ ਹੈ ਉਹ ਸਾਰੇ ਪੈਕ ਤੇ ਲੱਗ ਜਾਏਗਾ। ਓਕੇ, ਦੈਨ ਆਪਣੇ ਕੋਲ ਜੋ ਆ ਜਾਂਦੀ ਹੈ ਡੈਫੀਨੇਸ਼ਨ ਗੁਡਸ ਦੀ। ਗੁਡਸ ਦੀ ਡੈਫੀਨੇਸ਼ਨ ਆਪਾਂ ਪੜ੍ਹਿਆ ਸੀ ਕਿ ਕੀ ਹੈ ਕਿ ਇਟ ਇਨਕਲੂਡਸ ਆਲ ਮੂਵੇਬਲ ਪ੍ਰੋਪਰਟੀ।
ਤਾਂ ਗੁਡਸ ਦੇ ਵਿੱਚ ਕੀ ਚੀਜ਼ ਨਹੀਂ ਇੰਕਲੂਡ ਹੋਏਗੀ ਉਹ ਆਪਣੇ ਲਈ ਇੰਪੋਰਟੈਂਟ ਹੋ ਜਾਂਦਾ MCQ ਪੁਆਇੰਟ ਆਫ View ਤੋਂ, ਕਿ ਇੱਕ ਤਾਂ ਇਮੂਵੇਬਲ ਪ੍ਰੋਪਰਟੀ ਨਹੀਂ ਇੰਕਲੂਡ ਹੋਏਗੀ, ਰੈਜ਼ੀਡੈਂਸ਼ੀਅਲ ਹਾਊਸ ਦੀ ਐਗਜ਼ਾਮਪਲ ਹੋਗੀ, ਮਨੀ ਨਹੀਂ ਹੋਏਗੀ, ਕਰੰਸੀ ਹੋਗੀ ਦੀ ਐਗਜ਼ਾਮਪਲ, ਐਂਡ ਸਿਕਿਉਰਿਟੀਜ਼ ਹੋ ਗਈਆਂ, ਸਟਾਕਸ ਹੋ ਗਏ। ਤਾਂ ਇਹ ਤਿੰਨੋਂ ਚੀਜ਼ਾਂ ਆਪਣੇ ਗੁਡਸ ਦੇ ਵਿੱਚ ਇੰਕਲੂਡ ਨਹੀਂ ਹੋਣਗੀਆਂ, ਤੇ ਕਿਉਂਕਿ ਇਹ ਗੁਡਸ 'ਤੇ ਇੰਕਲੂਡ ਨਹੀਂ ਹੁੰਦਾ ਤਾਂ ਇਹਨਾਂ ਦੀ ਸਪਲਾਈ ਜੇ ਕੀਤੀ ਵੀ ਜਾਂਦੀ ਹੈ ਤਾਂ ਵੀ ਉੱਥੇ ਜੋ GST ਹੈ ਉਹ ਨਹੀਂ ਲੱਗੇਗਾ। ਓਕੇ, ਇਸ ਤੋਂ ਇਲਾਵਾ ਇੱਕ ਸਰਵਿਸਿਜ਼ ਵੀ ਆਪਾਂ ਦੇਖਿਆ ਸੀ, ਸਰਵਿਸਿਜ਼ ਹੋ ਜਾਂਦਾ ਹੈ ਕਿ ਐਨੀਥਿੰਗ ਅਦਰ ਦੈਨ ਗੁਡਸ, ਮਨੀ ਐਂਡ ਸਿਕਿਉਰਿਟੀਜ਼, ਉਹ ਤਿੰਨਾਂ ਨੂੰ ਛੱਡ ਕੇ ਕੋਈ ਵੀ ਚੀਜ਼ ਜੋ ਰਹਿ ਗਈ ਉਹ ਆਪਣੀ ਸਰਵਿਸਿਜ਼ ਹੈ। ਬਟ ਇੱਕ ਸਰਵਿਸ ਆਪਾਂ ਹੋਰ ਡਿਸਕਸ ਕੀਤੀ ਸੀ ਕਿ ਉਹ ਸਰਵਿਸ ਕਿਵੇਂ ਹੁੰਦੀ ਹੈ, ਜਦੋਂ ਆਪਾਂ ਫੋਰਨ ਐਕਸਚੇਂਜ ਕੋਈ ਕਨਵਰਟ ਕਰਦੇ ਹਾਂ, ਮੈਂ ਰੁਪੀਜ਼ ਨੂੰ ਡਾਲਰ 'ਚ ਕਨਵਰਟ ਕਰਾ ਰਿਹਾ, ਤਾਂ ਜੋ ਉਹ ਸਰਵਿਸ ਪ੍ਰੋਵਾਈਡਰ ਮੇਰੇ ਤੋਂ ਕੋਈ ਫੀਸ ਚਾਰਜ ਕਰਦਾ ਤਾਂ ਉਸ ਫੀਸ ਦੀ ਉੱਤੇ GST ਲੱਗੇਗਾ। ਉਹਨੂੰ ਆਪਾਂ ਕਿਉਂਕਿ ਸਰਵਿਸ ਮੰਨਾਂਗੇ ਤੇ ਉਹ ਸਪਲਾਈ ਆਫ ਸਰਵਿਸ ਦੇ ਵਿੱਚ ਕਾਊਂਟ ਹੋਏਗਾ। ਤਾਂ ਫਰੈਂਡਸ ਇਹ ਆਪਣਾ ਹੋ ਗਿਆ ਸਪਲਾਈ ਦਾ ਟੌਪਿਕ। ਹੋਪਫੁਲੀ ਤੁਹਾਨੂੰ ਸਪਲਾਈ ਤੇ ਗੁਡਸ ਦੀ ਡੈਫੀਨੇਸ਼ਨ ਸਮਝ ਆ ਗਈਆਂ ਹੋਣਗੀਆਂ, ਤੁਹਾਨੂੰ ਸਪਲਾਈ ਦੀ ਐਕਸੈਪਸ਼ਨਸ ਪਤਾ ਲੱਗ ਗਈਆਂ ਹੋਣਗੀਆਂ ਕਿ ਕਿੱਥੇ ਕਿੱਥੇ ਆਪਾਂ ਜੋ ਸਪਲਾਈ ਦੇ ਮੇਨ ਫੀਚਰਸ ਹੈ ਉਹਦੀਆਂ ਐਕਸੈਪਸ਼ਨਸ ਆਪਣੀਆਂ ਹੈਗੀਆਂ। ਇਹ ਇੰਪੋਰਟੈਂਟ ਹੈ, ਇਹਨਾਂ ਦੇ ਕੁਐਸਚਨਸ ਬਣ ਸਕਦੇ ਆ। ਤੁਸੀਂ ਇੱਕ ਵਾਰ ਗੋ ਥਰੂ ਕਰੋ ਆਪਣੀ ਥਿੰਗਸ ਟੂ ਰਿਮੈਂਬਰ ਨੂੰ, ਦੈਨ ਤੁਸੀਂ ਇੱਕ ਵਾਰ MCQs ਦੁਬਾਰਾ ਤੋਂ ਅਟੈਂਪਟ ਕਰੋ, ਦੈਨ ਤੁਸੀਂ ਇੱਕ ਵਾਰ ਰੀਕੈਪ ਕਰਕੇ ਰਿਵਾਈਜ਼ ਕਰ ਲਓ। ਤੁਹਾਡਾ ਇਹ ਟੌਪਿਕ ਕਲੀਅਰ ਹੋ ਜਾਣਾ ਚਾਹੀਦਾ। ਜੇ ਕੋਈ ਕਲੈਰਿਟੀ ਨਹੀਂ ਹੈ ਤਾਂ ਤੁਸੀਂ ਕੁਐਸਚਨ ਪੁੱਛ ਸਕਦੇ ਹੋ ਕਮੈਂਟਸ ਦੇ ਵਿੱਚ, ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਰਿਪਲਾਈ ਕਰਕੇ ਕਲੀਅਰ ਕਰ ਦਾਂ। ਸੋ ਨੈਕਸਟ ਪਾਰਟ ਦੇ ਵਿੱਚ ਥੋੜੀ ਜਿਹੀ ਕੰਪਲੈਕਸਿਟੀ ਹੋਰ ਵਧੇਗੀ। ਪਹਿਲਾਂ ਆਪਾਂ ਇਹਨੂੰ ਕਲੀਅਰ ਕਰ ਲੈਣਾ ਪੂਰਾ ਚੰਗੀ ਤਰ੍ਹਾਂ, ਉਸ ਤੋਂ ਬਾਅਦ ਹੀ ਨੈਕਸਟ ਪਾਰਟ ਤੇ ਆਪਾਂ ਮੂਵ ਔਨ ਕਰਨਾ। ਓਕੇ, ਥੈਂਕ ਯੂ।